ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਉਮੀਦ ਕਰਦਾ ਤੁਸੀਂ ਠੀਕ ਠਾਕ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਣ। ਅੱਜ ਆਪਾਂ ਗੱਲ ਕਰਾਂਗੇ ਸਾਡੇ ਜੀਵਨ ਬਾਰੇ ਕਿ ਅਸੀਂ ਇਸ ਧਰਤੀ 'ਤੇ ਆਏ ਹਾਂ, ਕੀ ਕਰਨ ਆਏ ਹਾਂ, ਕੀ ਸਾਡਾ ਪ੍ਰਯੋਜਨ ਆ, ਕੀ ਮਕਸਦ ਆ, ਕੀ ਮੇਨ ਕੰਮ ਆ ਸਾਡਾ, ਕੀ ਉਹ ਕਰ ਲਿਆ ਕਿ ਨਹੀਂ ਕਰ ਲਿਆ, ਇਹ ਜਾਣਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਜੀਵਨ ਮਨੋਰਥ ਸਾਡਾ ਕੀ ਆ, ਅੱਜ ਦਾ ਆਪਣਾ ਵਿਸ਼ਾ ਇਹ ਰਹੇਗਾ। ਗੁਰਮੁਖ ਪਿਆਰਿਓ, ਮਨੁੱਖੀ ਜੀਵਨ ਦਾ ਪ੍ਰਯੋਜਨ ਵੱਖ-ਵੱਖ ਮੱਤਾਂ ਦਾ ਵੱਖਰਾ ਵੱਖਰਾ ਹੈ। ਐਵੋਲਿਊਸ਼ਨ ਭਾਵ ਵਿਕਾਸ ਵਾਲੇ ਆਖਦੇ ਆ ਕਿ ਜੀਵਨ ਦਾ ਮਨੋਰਥ ਸਿਰਫ ਵਿਕਾਸ ਕਰਨਾ ਹੈ। ਨਾਸਤਿਕ ਇਹ ਕਹਿੰਦੇ ਆ ਖਾਓ ਪੀਓ ਤੇ ਮੌਜਾਂ ਮਾਣੋ। ਸਮਾਜਵਾਦੀ ਇਹ ਆਖਦੇ ਆ ਕਿ ਜੀਵਨ ਪੱਧਰ ਉੱਚਾ ਕਰੋ। ਗੁੱਲੀ ਜੁੱਲੀ ਤੇ ਕੁੱਲੀ ਹਰ ਮਨੁੱਖ ਮਾਤਰ ਲਈ ਜ਼ਰੂਰੀ ਹੋਣੀ ਚਾਹੀਦੀ ਹੈ। ਇਹ ਹੀ ਜੀਵਨ ਮਨੋਰਥ ਆ, ਇਹਦੇ ਲਈ ਯਤਨ ਕਰੋ। ਵਿਦਵਾਨ ਖੋਜੀਆਂ ਦਾ ਜੀਵਨ ਮਨੋਰਥ ਹੈ ਖੋਜ ਕਰਨੀ, ਸਰੀਰਕ ਸੁੱਖਾਂ ਲਈ ਨਵੀਆਂ ਕਾਢਾਂ ਖੋਜਾਂ ਖੋਜਣੀਆਂ। ਸ਼ਾਂਖ ਤੇ ਵਿਧਾਂਤ ਵਾਲਿਆਂ ਦੇ ਆਪਣੇ ਆਪਣੇ ਅੱਡਰੇ ਮੱਤ ਹਨ। ਸਿੱਖ ਨੂੰ ਇਹਨਾਂ ਮੱਤਾਂ ਨਾਲ ਕੋਈ ਵਾਸਤਾ ਨਹੀਂ। ਸਿੱਖ ਦਾ ਧਰਮ ਹੈ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਵਿਚਾਰ ਕੇ ਗ੍ਰਹਿਣ ਕਰਨਾ। ਤਾਂ ਤੇ ਆਓ ਵਿਚਾਰੀਏ ਗੁਰਮਤਿ ਦਾ ਇਹ ਜੀਵਨ ਮਨੋਰਥ ਦੇ ਪ੍ਰਤੀ ਕੀ ਸਮਝਾਉਣਾ। ਭਾਵ ਸਾਰਾ ਕਿ ਕਿਸੇ ਦਾ ਕੋਈ ਮੱਤ ਆ, ਕਿਸੇ ਦਾ ਕੋਈ ਮੱਤ ਆ, ਕਿਸੇ ਦਾ ਕੋਈ ਮੱਤ ਆ। ਗੁਰਮਤਿ ਅਨੁਸਾਰ ਜੀਵਨ ਮਨੋਰਥ ਕੀ ਆ, ਇਹ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰਬਾਣੀ ਦਾ ਫਰਮਾਨ ਆ ਗੁਰਮੁਖ ਪਿਆਰਿਓ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਗੁਰਬਾਣੀ ਦਾ ਕੀ ਸਿਧਾਂਤ ਆ? ਗੁਰਬਾਣੀ ਫਰਮਾਨ ਕਰਦੀ ਹੈ, ਸਮਝਾਉਂਦੀ ਹੈ ਸਾਨੂੰ ਕਿ ਭਈ ਪ੍ਰਾਪਤ ਮਾਨਖ ਦੇਹੁਰੀਆ, ਹੇ ਮਨੁੱਖ ਤੈਨੂੰ ਇਹ ਦੇਹੀ ਪ੍ਰਾਪਤ ਹੋ ਗਈ। ਦੇਹੁਰੀਆ ਦਾ ਮਤਲਬ ਦੇਹੀ ਵੀ ਆ ਤੇ ਡਿਉੜੀ ਵੀ ਕੀਤਾ ਜਾ ਸਕਦਾ, ਕਿਉਂਕਿ ਇਹ ਦਰਵਾਜ਼ਾ ਇੱਕ ਇਹ ਤੋਂ ਜਿਵੇਂ ਪੁਰਾਣੇ ਦਰਵਾਜ਼ੇ ਬਣਦੇ ਸੀ ਡਿਉੜੀਆਂ, ਉਹ ਤੋਂ ਬਾਹਰ ਵੀ ਜਾਇਆ ਜਾ ਸਕਦਾ, ਅੰਦਰ ਵੀ ਜਾਇਆ ਜਾ ਸਕਦਾ। ਇਸੇ ਤਰ੍ਹਾਂ ਇਹ ਦੇਹੀ ਪ੍ਰਾਪਤ ਹੋਈ ਆ। ਅਸੀਂ ਬਾਹਰਲੀ ਦੁਨੀਆ ਵੀ ਦੇਖ ਸਕਦੇ ਹਾਂ ਇਸ ਦੇਹੀ ਨਾਲ, ਕੇਵਲ ਤੇ ਕੇਵਲ ਤਿੰਨਾਂ ਗੁਣਾਂ ਦੇ ਵਿੱਚ ਫਸ ਕੇ ਰਹਿ ਸਕਦੇ ਹਾਂ, ਤੇ ਅਸੀਂ ਇੱਥੋਂ ਦੀ ਆਪਣੇ ਅੰਦਰ ਦੀ ਦੁਨੀਆ ਤੱਕ ਵੀ ਪਹੁੰਚ ਸਕਦੇ ਹਾਂ, ਕਿਉਂਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੁਰਬਾਣੀ ਦਾ ਫਰਮਾਨ ਆ ਭਾਈ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਬੀਠਲ ਗੋਡ ਸੁਪਰੀਮ ਪਾਵਰ, ਜਿਹਦਾ ਕਰਕੇ ਸਾਰੇ ਖੰਡ ਬ੍ਰਹਿਮੰਡ ਬਣੇ ਆ, ਉਹ ਤੇਰੇ ਅੰਦਰ ਆ। ਹੁਣ ਤੈਨੂੰ ਮੌਕਾ ਮਿਲਿਆ, ਤੇਰੀ ਬਾਰੀ ਆ, ਹੁਣ ਤੇਰੇ ਕੋਲੇ ਗੋਲਡਨ ਚਾਂਸ ਆ ਕਿ ਤੂੰ ਇਹ ਆਪਣਾ ਕਾਰਜ ਕਰ ਲਵੇਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਹੋਰ ਕੰਮ ਤੇਰੇ ਕਰਮ ਕਾਂਡ ਕਰਨੇ, ਜੇ ਉਹ ਬਾਹਰਲੇ ਸਰੀਰਕ ਕੰਮ ਕਰਨੇ, ਉਹ ਕਿਸੇ ਕੰਮ ਨਹੀਂ, ਅੰਦਰਲੇ ਕੰਮ ਨਹੀਂ ਆ ਸਕਦੇ। ਤੇ ਅੰਦਰ ਵਾਸਤੇ ਕੀ ਕਰਨਾ ਪਵੇਗਾ? ਮਿਲ ਸਾਧ ਸੰਗਤ, ਸਤ ਸੰਗਤ ਕਰ, ਸਾਧ ਸੰਗਤ ਕਰ, ਭਜ ਕੇਵਲ ਨਾਮ। ਜਿੱਥੇ ਨਾਮ ਦਾ ਬਖਿਆਨ ਹੋਵੇ, ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ ਹੈ। ਨਾਮ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਾਰੇ ਜਾਣਨਾ, ਆਤਮਿਕ ਗਿਆਨ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਹੇ ਭਾਈ, ਸਰੰਜਾਮ ਹੁੰਦਾ ਕੋਈ ਨਾ ਕੋਈ ਕੰਮ ਕਰ, ਕੋਈ ਨਾ ਕੋਈ ਉਪਰਾਲਾ ਕਰ, ਕੋਈ ਨਾ ਕੋਈ ਹਿੰਮਤ ਕਰ, ਕੋਈ ਨਾ ਕੋਈ ਐਫਰਟ ਕਰ।
ਲੱਗ ਕਿਸੇ ਨਾ ਕਿਸੇ ਪਾਸੇ ਸਰੰਜਾਮ ਲਾਗ, ਭਵ ਜਲ ਤਰਨ ਕਾ ਕਹਿ। ਇਹ ਭਵ ਜਲ, ਭਵ ਦਾ ਜਲ ਕੀ ਹੈ? ਭੈ ਤੋਂ ਬਹੁਵਚਨ ਬਣਿਆ ਭਵ, ਜਲ ਪਾਣੀ, ਭਵ ਜਲ। ਭੈ ਦਾ ਡਰ, ਨਿਰਭਉ ਤੇ ਨਿਰਵੈਰ ਹੋਣਾ ਧਰਮੀ ਮਨੁੱਖ ਦੀ ਨਿਸ਼ਾਨੀ ਹੈ। ਇਹ ਭਾਈ ਭਵ ਜਲ ਜਿਹੜਾ ਤਰਨ ਦੀ ਕੋਸ਼ਿਸ਼ ਕਰ। ਜਨਮ ਮਿਰਥਾ ਜਾਤ ਰੰਗ ਮਾਇਆ ਕਾ। ਇਹ ਜਿਹੜੇ ਹੋਰ ਮੱਤ ਕਹਿੰਦੇ ਆ ਵੀ ਐਂ ਕਰ, ਗੁਰਬਾਣੀ ਕਹਿੰਦੀ ਆ ਵੀ ਵਿਕਾਸ ਵੀ ਜ਼ਰੂਰੀ ਆ ਤੇ ਅੰਦਰੋਂ ਵਿਕਾਸ ਵੀ ਜ਼ਰੂਰੀ ਹੈ। ਇਹ ਨਹੀਂ ਹੈ ਵੀ ਇਕੱਲਾ ਕੇਵਲ ਬਾਹਰਲਾ ਵਿਕਾਸ ਹੋ ਜੇ ਫਿਰ ਤੂੰ ਅੰਦਰੋਂ ਸੁਖੀ ਨਹੀਂ ਹੋ ਸਕਦਾ। ਇਹ ਤਿੰਨਾਂ ਗੁਣਾਂ ਦਾ ਖੇਲ ਆ। ਇਹਦੇ ਵਿੱਚੋਂ ਨਿਕਲਣਾ, ਚੌਥੇ ਪਦ ਵਿੱਚ ਪਹੁੰਚਣਾ, ਆਪਣੇ ਅੰਦਰ ਜਾਣਾ, ਇਹ ਮਾਇਆ ਦੇ ਰੰਗ ਤੋਂ ਇਹ ਜਿਹੜਾ ਉੱਪਰ ਹੋ ਜਾਣਾ, ਇਹਦੇ 'ਚ ਕੀ ਆ? ਬਿਰਥਾ ਜਾਂਦਾ। ਬਾਹਰਲੇ ਕੰਮਾਂ 'ਚ ਜੀਵਨ ਬਿਰਥਾ ਜਾਂਦਾ। ਜੇ ਤੂੰ ਆਪਣੇ ਅੰਦਰ ਪਹੁੰਚ ਜਾਏਗਾ, ਸਤ ਸੰਗਤ ਕਰੇਗਾ, ਆਪਣੇ ਆਪ ਨੂੰ ਜਾਣ ਲੇਗਾ, ਫਿਰ ਤੇਰਾ ਜੀਵਨ ਦਾ ਮਨੋਰਥ ਆ ਜਿਹੜਾ ਪੂਰਾ ਹੋ ਜਾਵੇਗਾ। ਭਾਈ ਗੁਰਮੁਖ ਪਿਆਰਿਆ, ਬੜੀ ਮੁਸ਼ਕਲ ਦੇ ਨਾਲ, ਮੁਸ਼ਕਲ ਕੀ ਸਾਡੇ ਵੱਸ ਦਾ ਰੋਗ ਹੀ ਨਹੀਂ। ਅਸੀਂ ਤਾਂ ਉਹ ਪ੍ਰਮਾਤਮਾ ਵਾਹਿਗੁਰੂ ਦਾ ਧੰਨਵਾਦ ਹੀ ਕਰ ਸਕਦੇ ਹਾਂ। ਗੁਰਮੁਖ ਪਿਆਰਿਓ, ਸਾਨੂੰ ਨਹੀਂ ਪਤਾ ਉਹ ਪ੍ਰਮਾਤਮਾ ਨੇ ਕਿਵੇਂ ਕਿਰਪਾ ਕਰਕੇ ਸਾਨੂੰ ਇੰਨੀ ਸੁੰਦਰ ਦੇਹੀ ਬਖਸ਼ ਦਿੱਤੀ। ਪਤਾ ਨਹੀਂ ਕਿੱਥੋਂ ਕਿੱਥੋਂ ਸਾਡੀ ਰੂਹ ਫਿਰਦੀ ਆਈ ਆ। ਹੁਣ ਇਹ ਆਖਰੀ ਟੰਬਾ ਇਹ ਨਾ ਖੁੰਝ ਜਾਵੇ। ਗੁਰਬਾਣੀ ਦਾ ਫਰਮਾਨ ਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸ਼ਾਖ ਕਰ ਉਪਾਇਆ, 184 ਜੋਨ ਪਰਮਾਇਆ। ਹੇ ਜੀਵ, ਤੇਰੀ ਰੂਹ, ਤੇਰੀ ਆਤਮਾ ਪਤਾ ਨਹੀਂ ਕਿੱਥੋਂ ਕਿੱਥੋਂ ਫਿਰਦੀ ਆਈ ਆ। ਹੁਣ ਤੈਨੂੰ ਇੰਨਾ ਸੁੰਦਰ, ਇੰਨਾ ਸੋਹਣਾ, ਸਭ ਤੋਂ ਉੱਚਾ ਮਨੁੱਖਾ ਜਨਮ ਪ੍ਰਾਪਤ ਹੋਇਆ। ਇਹ ਗੁਰੂ ਦੇ ਨਾਲ ਜੁੜ ਕੇ, ਪਰਮਾਤਮਾ ਨਾਲ ਜੁੜਨ ਦਾ ਸਮਾਂ, ਅੰਦਰੋਂ ਵਿਕਾਸ ਹੋ ਜੇ, ਤੇਰੇ ਅੰਦਰੋਂ ਖੇੜਾ ਹੋ ਜੇ, ਤੈਨੂੰ ਅੰਦਰੋਂ ਆਨੰਦ ਆ ਜਾਵੇ। ਜੇ ਮਨ ਖੁਸ਼ ਆ ਨਾ ਗੁਰਮੁਖ ਪਿਆਰਿਓ, ਫਿਰ ਝੁੱਗੀ ਵੀ ਮਹਿਲ ਲੱਗਦੀ ਆ। ਜੇ ਮਨ ਦੁਖੀ ਆ ਤਾਂ ਮਹਿਲ ਵੀ ਝੁੱਗੀ ਤੋਂ ਭੈੜਾ ਬਣ ਜਾਂਦਾ। ਇਸ ਕਰਕੇ ਆਤਮਿਕ ਸੁੱਖ ਸਾਡੇ ਅੰਦਰ ਆ, ਜੋ ਗੁਰੂ ਨਾਲ ਜੁੜ ਕੇ ਮਨੁੱਖ ਨੂੰ ਸਤ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ। ਅੱਗੇ ਗੁਰਬਾਣੀ ਦਾ ਫਰਮਾਨ ਆ, ਦੁਰਲਭ ਦੇਹ ਪਾਈ ਬੜ ਭਾਗੀ, ਨਾਮ ਨਾ ਜਪਹਿ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ ਰਹਾਉ। ਖਾਤ ਪੀਤ ਖੇਲਤ ਹਸਤ ਬਿਸਥਾਰ, ਕਵਨ ਅਰਥ ਮਿਰਤਕ ਸ਼ੀਗਾਰ, ਜੋ ਨਾ ਸੁਨਹਿ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਗੁਰਬਾਣੀ ਮਾਂ ਘੂਰਦੀ ਵੀ ਹੈ, ਕਿਉਂਕਿ ਘੂਰ ਵੀ ਜ਼ਰੂਰੀ ਆ। ਜੇ ਕਿਤੇ ਚਿੱਬ ਕੱਢਣੇ ਹੋਣ ਨਾ ਭਾਂਡੇ ਦੇ, ਤਾਂ ਉਹ ਭਾਈ ਆ ਜਿਹੜਾ ਚਿੱਬ ਕੱਢਣ ਵਾਲਾ, ਉਹ ਥੱਲੇ ਵੀ ਮਾੜਾ ਜਿਹਾ ਆਸਰਾ ਰੱਖਦਾ ਤੇ ਉੱਤੋਂ ਪੋਲਾ ਪੋਲਾ ਠੋਕੀ ਵੀ ਜਾਂਦਾ, ਫੇਰ ਹੀ ਚਿੱਬ ਨਿਕਲਦੇ ਆ। ਗੁਰਬਾਣੀ ਮਾਂ ਵੀ ਸਾਡੇ ਮਨ ਨੂੰ ਵਿਗੜੇ ਹੋਏ ਨੂੰ ਐਵੇਂ ਹੀ ਸਮਝਾਉਂਦੀ ਆ ਕਿ ਦੁਰਲਭ ਦੇਹ ਪਾਈ ਬੜ ਭਾਗੀ, ਨਾਮ ਨਾ ਜਪਹਿ ਤੇ ਆਤਮ ਘਾਤੀ। ਆਪਣੀ ਆਤਮਾ ਦਾ ਘਾਤ ਨਾ ਕਰ, ਆਪਣੇ ਜ਼ਮੀਰ ਦੀ ਮੌਤ ਮਰ ਜਾਏਗਾ। ਮਰਿਆ ਹੋਇਆ ਮਨੁੱਖ ਆਪਣੀ ਲਾਸ਼ ਆਪੇ ਚੱਕੀ ਫਿਰਦਾ, ਬੋਝ ਪਾਈ ਫਿਰਦਾ, ਉਹ ਖਿੜ ਨਹੀਂ ਸਕਦਾ, ਉਹ ਆਨੰਦ ਨਹੀਂ ਮਾਣ ਸਕਦਾ। ਕਲੀ ਇੱਕ ਕੁਮਲਾ ਜਾਂਦੀ ਆ ਤੇ ਇੱਕ ਕਲੀ ਖਿੜ ਜਾਂਦੀ ਹੈ। ਨਾਮ ਦੇ ਨਾਲ, ਆਤਮਿਕ ਗਿਆਨ ਦੇ ਨਾਲ, ਗੁਰਬਾਣੀ ਨਾਲ ਜੁੜਨ ਦੇ ਨਾਲ ਮਨੁੱਖ ਖਿੜ ਜਾਂਦਾ। ਜੇ ਨਹੀਂ ਜੁੜਦਾ ਤਾਂ ਫਿਰ ਆਤਮਘਾਤੀ ਮਨੁੱਖ ਹੋ ਜਾਂਦਾ, ਭਾਵ ਆਪਣੀ ਆਤਮਾ ਦਾ ਆਪ ਹੀ ਘਾਤ ਕਰ ਲੈਂਦਾ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਉਹ ਮਰ ਕਿਉਂ ਨਹੀਂ ਜਾਂਦੇ? ਮਰ ਜਾਣਿਓ, ਮਰ ਜੋ ਇਦੂ ਤਾਂ ਜਿਵੇਂ ਆਪਾਂ ਨੂੰ ਮਾਂ ਘੂਰਦੀ ਹੁੰਦੀ ਹੈ। ਜਿਨ੍ਹਾਂ ਬਿਸਰਤ ਰਾਮ, ਜਿਹੜੇ ਰਾਮ ਨੂੰ, ਪਰਮਾਤਮਾ ਨੂੰ ਭੁੱਲ ਗਏ।
ਮਰਦੇ ਕਿਉਂ ਨਹੀਂ? ਮਰ ਜੋ ਤੁਸੀਂ ਭੁੱਲੇ ਹੋਏ ਰੱਬ ਨੂੰ, ਭਾਵ ਭੁੱਲਣਾ ਨਹੀਂ। ਨਾਮ ਵਿਹੂਨ ਜੀਵਨ ਕੌਣ ਕਾਮ। ਉਹ ਨਾਮ ਤੋਂ ਬਿਨਾ, ਆਤਮਿਕ ਗਿਆਨ ਤੋਂ ਬਿਨਾ, ਉਹ ਪਰਮਾਤਮਾ ਦੀ ਸੋਝੀ ਤੋਂ ਬਿਨਾ ਦੱਸੋ ਜੀਵਨ ਕਿਹੜੇ ਕੰਮ ਆ ਰਹਾ। ਉਹ ਖਾਤ ਪੀਤ ਖੇਲਤ ਹਸਤ ਵਿਸਥਾਰ, ਬਸ ਬਾਹਰਲਾ ਜੀਵਨ ਹੀ ਰੱਖ ਲਿਆ, ਬਾਹਰਲਾ ਹੀ ਸੋਚ ਲਿਆ, ਖਾ ਲਿਆ ਪੀ ਲਿਆ ਹੱਸ ਖੇਡ ਲਏ, ਇਹ ਵਿਸਥਾਰ ਵਧਾ ਲਿਆ, ਮਟੀਰੀਅਲ ਵਰਲਡ ਬਹੁਤ ਵੱਡਾ ਬਿਜ਼ਨਸ ਕਰ ਲਿਆ, ਬੜਾ ਵਿਸਥਾਰ ਕਰ ਲਿਆ, ਤੇ ਅੰਦਰੋਂ ਕਵਨ ਅਰਥ ਮਿਰਤਕ ਸ਼ਿਗਾਰ। ਅੰਦਰੋਂ ਜੇ ਆਤਮਾ ਮਰ ਗਈ, ਜੇ ਜ਼ਮੀਰ ਮਰ ਗਈ, ਜੇ ਅੰਦਰੋਂ ਖਿੜਿਆ ਨਾ, ਜੇ ਅੰਦਰੋਂ ਜਾਗਿਆ ਨਾ, ਇਹ ਤਾਂ ਮਿਰਤਕ ਨੂੰ ਸ਼ਿੰਗਾਰ ਕਰਨ ਵਾਲਾ ਕੰਮ ਆ ਭਾਈ। ਮਰੇ ਬੰਦੇ ਨੂੰ ਜਿੰਨਾ ਮਰਜੀ ਸ਼ਿੰਗਾਰ ਕਰੀ ਚੱਲੋ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਜਿਹੜਾ ਮਨੁੱਖ ਹੋ ਕੇ ਵੀ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਡਿਆਈ ਸੁਣ ਨਹੀਂ ਸਕਦਾ, ਮਹਾਰਾਜ ਕਹਿੰਦੇ ਉਹ ਤਾਂ ਪਸ਼ੂ ਪੰਛੀਆਂ ਤੋਂ ਵੀ ਮਾੜਾ, ਉਹਨਾਂ ਦੀ ਤਾਂ ਮਜਬੂਰੀ ਆ। ਓਏ ਤੂੰ ਬੰਦਾ ਹੋ ਕੇ ਕਿਉਂ ਨਹੀਂ ਉਹ ਪ੍ਰਮਾਤਮਾ ਵਾਹਿਗੁਰੂ ਦੇ ਜਸ ਨੂੰ, ਉਹਦੀਆਂ ਵਡਿਆਈਆਂ ਨੂੰ ਸੁਣਦਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ, ਸਭ ਮੁਕਦੀ ਚੱਲੀ ਰਹਿਣ। ਹੇ ਪ੍ਰਾਣੀ, ਇਹ ਮਨੁੱਖ, ਪ੍ਰਾਣੀ ਮਾਤਰ ਕੋਈ ਵੀ ਹੋ ਸਕਦਾ, ਬੀਬੀ ਭੈਣ, ਕੰਮ ਕੋਈ ਵੀ ਕਰਦਾ ਹੋਵੇ ਮਨੁੱਖ, ਬਸ ਕੰਨ ਹੋਣ ਸੁਣਨ ਨੂੰ, ਤੇ ਬੰਦੇ ਦਾ ਪਾਰ ਉਤਾਰਾ ਗੁਰਬਾਣੀ ਮਾਂ ਨੇ ਆਪੇ ਹੀ ਕਰ ਦੇਣਾ। ਸਮਝਾਇਆ ਜਾ ਰਿਹਾ ਸਾਨੂੰ, ਪ੍ਰਾਣੀ ਹੇ ਪ੍ਰਾਣਾਧਾਰੀ ਜੀਵ, ਤੂੰ ਆਇਆ ਲਾਹਾ ਲੈਣ। ਤੂੰ ਇੱਥੇ ਪਹਿਲਾ ਸਵਾਲ ਆਪਣੇ ਆਪ ਨੂੰ ਇਹ ਕਰ, ਸਭ ਤੋਂ ਪਹਿਲਾ ਸਵਾਲ ਗੁਰਮੁਖ ਪਿਆਰਿਓ ਸਾਡੇ ਬੱਚਿਆਂ ਦੇ ਮਨ 'ਚ ਜਾਂ ਸਾਡੇ ਮਨਾਂ 'ਚ ਉੱਠਣਾ ਚਾਹੀਦਾ, ਕੀ, ਕਿਉਂ ਤੇ ਕਿਵੇਂ। ਫਿਰ ਵਿਕਾਸ ਹੋਣਾ ਸ਼ੁਰੂ ਹੋਊਗਾ, ਅੱਗੇ ਅਕਲ ਮੱਤ ਆਉਣੀ ਸ਼ੁਰੂ ਹੋਊਗੀ। ਅਫਸੋਸ ਸਾਡੇ ਬੱਚੇ ਧਰਮ ਬਾਰੇ ਜਦੋਂ ਸਵਾਲ ਕਰਦੇ ਆ, ਅਸੀਂ ਉਹਨਾਂ ਨੂੰ ਘੂਰ ਦਿੰਦੇ ਆ, ਦੱਬ ਦਿੰਦੇ ਆ, ਕਿਉਂਕਿ ਸਾਨੂੰ ਖੁਦ ਨਹੀਂ ਪਤਾ ਹੁੰਦਾ। ਸੋ ਕਿਸੇ ਜਾਣਕਾਰ ਕੋਲੇ ਲੈ ਜਾਇਆ ਕਰੀਏ। ਬੱਚਿਆਂ ਦੇ ਸਵਾਲਾਂ ਦੇ ਜਵਾਬ ਮਿਲ ਗਏ ਨਾ, ਫਿਰ ਉਹ ਧਰਮੀ ਬਣਨਗੇ, ਨਹੀਂ ਤਾਂ ਉਹ ਪਖੰਡੀ ਬਣ ਜਾਣਗੇ। ਅਸਲ ਚੀਜ਼ ਦਾ ਪਤਾ ਹੋਣਾ ਚਾਹੀਦਾ। ਹੁਣ ਮਹਾਰਾਜ ਸਮਝਾ ਰਹੇ ਹਨ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ। ਫੱਕੜੇ ਕੰਮ ਕਿਹੜੇ? ਫੱਕੜੇ ਕੰਮ ਬਾਰ-ਬਾਰ ਫੋਕ, ਜਿਵੇਂ ਆਪਾਂ ਕਣਕ ਕੁਤਰਦੇ ਹਾਂ, ਇੱਕ ਤੂੜੀ ਹੋ ਗਈ ਤੇ ਇੱਕ ਕਣਕ ਹੋ ਗਈ। ਅਸਲ ਚੀਜ਼ ਆ ਕਣਕ, ਤੂੜੀ ਤਾਂ ਫੱਕੜ ਆ, ਫੋਕ ਆ। ਐ ਮਨੁੱਖ ਤੂੰ ਬਾਹਰਲੇ ਸਰੀਰਕ ਫੋਕੜੇ ਕੰਮ ਕਰੀ ਜਾਂਦਾ, ਸਾਰੇ ਫੱਕੜੇ ਕੰਮ ਕਰੀ ਜਾਂਦਾ। ਤੂੰ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ, ਤੂੰ ਆਪਣੇ ਅੰਦਰ ਬੈਠੇ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦਾ, ਤੂੰ ਆਪਣੇ ਅੰਦਰ ਪ੍ਰਕਾਸ਼ ਨਹੀਂ ਕਰਦਾ, ਤੂੰ ਆਪਣੇ ਅੰਦਰ ਚਾਨਣ ਨਹੀਂ ਕਰਦਾ। ਉਹ ਤੇਰੀ ਸਾਰੀ ਜ਼ਿੰਦਗੀ ਹਨੇਰੇ 'ਚ ਲੰਘੀ ਜਾ ਰਹੀ ਹੈ। ਸਭ ਮੁਕਦੀ ਚੱਲੀ ਰਹਿਣ। ਹਨੇਰੇ ਦੇ ਵਿੱਚ 8 ਘੰਟੇ ਆ, ਸੌਂ ਕੇ ਊਂ ਲੰਘ ਜਾਂਦੇ ਆ, ਤੇ ਦਿਨ ਦੇ 8 ਘੰਟੇ ਦੇ ਵਿੱਚ ਮਨੁੱਖ ਕਿੰਨੇ ਕੰਮ ਕਰਦਾ। ਇਸੇ ਤਰ੍ਹਾਂ ਇੱਕ ਆਤਮਿਕ ਨੀਂਦ ਆ, ਇੱਕ ਨੀਂਦ ਆਉਂਦੀ ਆ ਸਾਨੂੰ ਅੱਖਾਂ ਮੀਚ ਕੇ, ਤੇ ਉਹ ਸੁਪਨੇ ਦੇ ਵਿੱਚ ਅਸੀਂ ਸੌਂ ਜਾਂਦੇ ਹਾਂ। ਸੁਪਨਾ ਆਉਂਦਾ, ਅੱਖਾਂ ਖੁੱਲੀਆਂ ਤੋਂ ਬੰਦ ਹੋ ਜਾਂਦਾ। ਇੱਕ ਸੁਪਨਾ ਸਾਨੂੰ ਆਇਆ ਹੋਇਆ, ਜਦੋਂ ਅੱਖਾਂ ਖੁੱਲੀਆਂ ਤੇ ਉਦੋਂ ਟੁੱਟਣਾ, ਜਦੋਂ ਬੰਦ ਹੋ ਗਿਆ ਉਦੋਂ ਪਹਿਲਾਂ ਗੁਰਬਾਣੀ ਨੇ ਤੋੜ ਦੇਣਾ। ਜੇ ਗੁਰਬਾਣੀ ਨਾਲ ਜੁੜ ਜਾਵਾਂਗੇ, ਉਹ ਸੁਪਨਾ, ਉਹ ਅਗਿਆਨਤਾ, ਉਹ ਹਨੇਰਾ, ਉਹ ਰਾਤ, ਉਹ ਕਾਲਖ ਖਤਮ ਹੋ ਜਾਵੇਗੀ। ਨਹੀਂ ਤਾਂ ਸਭ ਮੁਕਦੀ ਚੱਲੀ ਰਹਿਣ। ਆਇਓ ਪੜਨ ਸੁਣ ਕੋ ਬਾਣੀ, ਨਾਮ ਵਿਸਾਰ ਲਗਹਿ ਆਨ ਲਾਲਚ, ਬਿਰਥਾ ਜਨਮ ਪ੍ਰਾਣੀ। ਆਇਓ, ਤੂੰ ਇਸੇ ਜੀਵਨ ਦੇ ਵਿੱਚ ਆ ਕੇ ਕਰਨਾ ਕੀ ਸੀ? ਸਾਡੇ ਗੁਰੂ ਸਾਹਿਬਾਨਾਂ ਦਾ ਸਾਨੂੰ ਸਿੱਖਿਆ ਕੀ ਹੈ? ਆ ਬਾਣੀ ਨੂੰ ਪੜ੍ਹਨਾ ਸੁਣਨਾ ਭਾਈ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਾ ਹੈ ਆਨ ਲਾਲਚ। ਹੁਣ ਤੂੰ ਨਾਮ ਤਾਂ ਵਿਸਾਰ ਦਿੱਤਾ, ਗੁਰਬਾਣੀ ਦੇ ਰਾਹੀਂ ਉਹ ਪ੍ਰਮਾਤਮਾ ਤੱਕ ਪਹੁੰਚਣ ਦਾ ਤਰੀਕਾ ਕੀ ਆ, ਕਿਵੇਂ ਜਾਇਆ ਜਾ ਸਕਦਾ, ਉਹ ਤਾਂ ਛੱਡ ਦਿੱਤਾ। ਪਰ ਇਹ ਬਾਣੀ ਤੋਂ ਵੀ ਪੈਸੇ ਕਮਾਉਣ ਲੱਗ ਗਏ, ਸ਼ਬਦ ਨੂੰ ਵੀ ਵੇਚ ਕੇ। ਜਿਹੜੀ ਗੁਰਬਾਣੀ ਸਾਨੂੰ ਮਾਇਆ ਤੋਂ ਉੱਤੇ ਕਰਦੀ ਸੀ, ਉਹ ਮਨੁੱਖ ਤੂੰ ਲਾਲਚ ਦੇ ਵੱਸ ਹੋ ਕੇ ਉਸੇ ਤੋਂ ਪੈਸੇ ਕਮਾਉਣ ਲੱਗ ਗਿਆ। ਬਿਰਥਾ ਜਨਮ ਪ੍ਰਾਣੀ, ਪ੍ਰਾਣਾਧਾਰੀ ਜੀਵ, ਤੇਰਾ ਜੀਵਨ ਬਿਰਥਾ ਜਾ ਰਿਹਾ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ।
ਰਾਤ ਆ ਜਿਹੜੀ ਇਹ ਸੌਂ ਕੇ ਗਵਾਤੀ, ਦਿਨ ਆ ਜਿਹੜਾ ਖਾ ਕੇ। ਤੇ ਹੀਰੇ ਵਰਗਾ ਜਨਮ ਸੀ, ਤੂੰ ਦੇਵਤਾ ਬਣ ਸਕਦਾ ਸੀ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਤੂੰ ਪਸ਼ੂ ਬਣ ਕੇ ਹੀ ਆਪਣਾ ਜੀਵਨ ਗੁਜ਼ਾਰ ਦਿੱਤਾ। ਕਿੰਨੀ ਮਾੜੀ ਗੱਲ ਆ। ਦੇਵਤਾ ਬਣ ਸਕਦਾ ਸੀ, ਚਾਂਸ ਸੀ, ਪਰ ਤੂੰ ਬਣਿਆ ਨਹੀਂ। ਚਲੋ ਜੇ ਪਿੱਛੇ ਨਹੀਂ ਬਣਿਆ, ਜੋ ਸਮਾਂ ਲੰਘ ਗਿਆ ਹੱਥ ਨਹੀਂ ਆਉਣਾ। ਹੁਣੀ ਅਸੀਂ ਇੱਧਰਲੇ ਪਾਸੇ ਨੂੰ ਲੱਗ ਜਾਈਏ ਜੇ ਦੇਵਤੇ ਬਣਨਾ ਤਾਂ। ਤਿਸੈ ਤਿਆਗ ਆਨ ਕੋ ਜਾਚਹਿ, ਮੁਖ ਦੰਤ ਰਸਨ ਸਗਲ ਘਸ ਜਾਵਤ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਸਮਝਾਇਆ ਜਾ ਰਿਹਾ ਸਤਸੰਗ ਤਾਂ ਜ਼ਰੂਰੀ ਹੈ, ਸਾਨੂੰ ਆਪਣੇ ਆਪ ਬਾਰੇ ਪਤਾ ਲੱਗੇ, ਸਾਨੂੰ ਆਪਣੇ ਆਪ ਬਾਰੇ ਜਾਣਕਾਰੀ ਹੋਵੇ, ਮੈਂ ਕਿਉਂ ਆਇਆ। ਤਿਸੈ ਤਿਆਗ, ਉਹ ਜਿਹੜਾ ਸਾਡੇ ਸਵਾਸਾਂ ਨੂੰ ਚਲਾ ਰਿਹਾ, ਜਿਹੜਾ ਕਣ ਕਣ ਦੇ ਵਿੱਚ ਵਸਿਆ, ਜਿਹੜੇ ਸਾਡਾ ਹਾਰਟ ਬੀਟ ਚਲਾ ਰਿਹਾ, ਉਹਨੂੰ ਛੱਡ ਕੇ ਆਨ ਕੋ ਜਾਚੈ। ਤੂੰ ਹੋਰਾਂ ਦੀ ਜਾਂਚ ਨਾ ਕਰਦਾ, ਹੋਰਾਂ ਦੀ ਸੇਵਾ ਕਰਦਾ, ਹੋਰਾਂ ਦੀ ਆਰਾਧਨਾ ਕਰਦਾ। ਮੁਖ ਘਸ ਗਏ ਤੇਰੇ, ਦੰਦ ਘਸ ਗਏ, ਸਗਲ ਘਸ ਜਾਵਤ। ਰੇ ਮਨ ਮੂੜ ਸਿਮਰ ਸੁਖ ਦਾਤਾ। ਮੂਰਖ ਮਨਾ, ਦੁਨੀਆਦਾਰੀ ਦੀਆਂ ਸਿਫਤਾਂ ਛੱਡ ਕੇ ਸਿਫਤਾਂ ਕਰ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀਆਂ। ਸਿਮਰਨ ਕਰ ਉਸ ਪ੍ਰਮਾਤਮਾ ਦਾ ਜਿਹੜਾ ਸੁੱਖਾਂ ਦਾ ਦਾਤਾ। ਨਾਨਕ ਦਾਸ ਤੁਝੈ ਸਮਝਾਵਤ। ਗੁਰੂ ਬਾਬਾ ਜੀ ਕਹਿੰਦੇ, ਪੰਜਵੇਂ ਪਾਤਸ਼ਾਹ ਜੀ ਦੇ ਸਵਈਏ ਆ, ਕਹਿੰਦੇ ਤੈਨੂੰ ਸਮਝਾ ਰਹੇ ਆ, ਸਮਝ ਜਾ ਮਨਾ। ਮਨ ਮੁਖ ਨਾਮ ਬਿਹੂਣੇ ਆ, ਰੰਗ ਕੁਸੁੰਬਾ ਦੇਖ ਨਾ ਭੁੱਲ। ਇਸ ਕਾ ਰੰਗ ਦਿਨ ਥੋੜੇ ਆ, ਛੋਛਾ ਇਸ ਦਾ ਮੁੱਲ। ਦੂਜੇ ਲੱਗੇ ਪਚ ਮੂਏ, ਮੂਰਖ ਅੰਧ ਗਭਾਰ। ਬਿਸਟਾ ਅੰਦਰ ਕੀਟ ਸੇ, ਪਏ ਪਚਹਿ ਬਾਰੋ ਬਾਰ। ਮਨਮੁਖ ਤੇ ਗੁਰਮੁਖ, ਗੁਰੂ ਨਾਲ ਜੁੜ ਕੇ ਗੁਰਮੁਖ, ਤੇ ਜੇ ਗੁਰੂ ਨਾਲ ਨਾ ਜੁੜੇ ਫਿਰ ਆਪਣੇ ਮਨ ਦੀਆਂ ਮਰਜ਼ੀਆਂ ਕਰਦਾ ਰਹਿੰਦਾ ਮਨੁੱਖ। ਇਸੇ ਤਰ੍ਹਾਂ ਮਨੁੱਖ ਦਾ ਜਿਹੜਾ ਜੀਵਨ ਆ ਸਾਰਾ ਉਹ ਅਜਾਈ ਚਲਿਆ ਜਾਂਦਾ। ਸੋ ਸਾਰਾ ਜਿਹੜਾ ਨਿਚੋੜ ਆ ਉਹ ਇਹੀ ਹੈ ਗੁਰਮੁਖ ਪਿਆਰਿਓ, ਕਿ ਆਪਣੇ ਆਪ ਬਾਰੇ ਜਾਣੀਏ, ਆਪਣੇ ਆਪ ਬਾਰੇ ਸੋਝੀ ਲਈਏ। ਇਹ ਨੁਕਤਾ ਕਿੱਥੋਂ ਪਤਾ ਲੱਗਣਾ? ਸਤ ਸੰਗਤ ਦੇ ਵਿੱਚੋਂ। ਦੇਖੋ ਟਾਈਮ ਪੀਸ ਬਣਦੇ ਆ, ਉਹਨਾਂ ਦੀ ਫੈਕਟਰੀ ਆ, ਜ਼ਿਆਦਾ ਨੁਕਸ ਪੈ ਜੇ ਆਪਾਂ ਕਹਿੰਦੇ ਫੈਕਟਰੀ 'ਚ ਭੇਜ ਦਿਓ। ਟਰੈਕਟਰ 'ਚ ਨੁਕਸ ਪੈ ਜੇ ਆਪਾਂ ਕਹਿੰਦੇ ਟਰੈਕਟਰਾਂ ਦੀ ਏਜੰਸੀ 'ਚ ਭੇਜ ਦਿਓ। ਉਹ ਜੇ ਬੰਦੇ ਦੇ ਮਨ 'ਚ ਨੁਕਸ ਪੈ ਜੇ, ਬੰਦੇ 'ਚ ਨੁਕਸ ਪੈ ਜੇ, ਤਾਂ ਸਤ ਸੰਗਤ ਦੇ ਵਿੱਚ ਭੇਜ ਦਿਓ ਭਾਈ ਬੰਦੇ ਨੂੰ। ਸਤ ਸੰਗਤ ਦੇ ਵਿੱਚ ਆਈਏ। ਇੱਥੇ ਆ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਕਿਤੇ ਸਵੇਰੇ ਅਸੀਂ 10-20 ਮਿੰਟ ਇਹ ਧਿਆਨ ਦੇ ਨਾਲ ਸੁਣ ਲਿਆ ਕਰੀਏ, ਵਿਚਾਰਾਂ ਕਰ ਲਿਆ ਕਰੀਏ, ਤਾਂ ਸਾਡੀ ਬੈਟਰੀ ਚਾਰਜ ਹੋ ਜੂ। ਅਸੀਂ ਸਾਰੀ ਦਿਹਾੜੀ ਚੰਗੇ ਕੰਮ ਕਰਾਂਗੇ, ਹੱਸਦੇ ਖੇਲਦੇ ਰਹਾਂਗੇ। ਕਿੱਡਾ ਵੱਡਾ, ਸਾਨੂੰ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਸਾਨੂੰ ਘਰ ਛੱਡਣ ਦੀ ਲੋੜ ਨਹੀਂ। ਘਰ ਪਰਿਵਾਰ ਦੇ ਵਿੱਚ ਰਹਿੰਦੇ ਹੀ ਅਸੀਂ ਮੁਕਤੀ ਤੱਕ ਪਹੁੰਚ ਸਕਦੇ ਹਾਂ। ਬੋਲੋ ਸਾਰੇ ਫਿਰ ਵਾਹਿਗੁਰੂ। ਇਹ ਸਾਡੇ ਗੁਰੂਆਂ ਦਾ ਸਾਡੇ ਸਿਰ 'ਤੇ ਅਹਿਸਾਨ ਆ। ਉੱਠੋ ਭਾਈ, ਜਾਗੋ, ਸੁੱਤੇ ਨਾ ਰਹੋ, ਗੁਰਬਾਣੀ ਦੇ ਲੜ ਲੱਗੋ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਬਸੈ ਮਨ ਆਏ। ਕਿੱਡਾ ਸੋਹਣਾ ਸਿਧਾਂਤ ਸਾਨੂੰ ਗੁਰਮਤਿ ਨੇ, ਸਿੱਖੀ ਨੇ ਦਿੱਤਾ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਮਝਾਇਆ ਕਿ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਬੰਦਿਆਂ, ਵਿੱਚੇ ਹੋਵੇ ਮੁਕਤ। ਬਸ ਸਤਿਗੁਰੂ ਦੇ ਨਾਲ ਜੁੜਨਾ, ਗੁਰੂ ਦੇ ਨਾਲ ਜੁੜਨਾ। ਗੁਰੂ ਦੇ ਨਾਲ ਜੁੜ ਕੇ ਸਾਡਾ ਜੀਵਨ ਕੈਸਾ ਬਣ ਜਾਵੇਗਾ? ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾ ਹੀ ਨੈ ਸਾਣੇ। ਸ਼ਬਦ ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਸੋ ਜੀਵਨ ਦਾ ਮਨੋਰਥ ਸਾਡਾ ਹੈ ਅੰਦਰੋਂ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਲੈਣਾ, ਅੰਦਰੋਂ ਵਿਛੋੜਾ ਖਤਮ ਹੋ ਜਾਣਾ, ਅੰਦਰੋਂ ਆਨੰਦ ਆ ਜਾਣਾ। ਹੋਣਾ ਕਿਵੇਂ ਆ? ਗੁਰੂ ਲੜ ਲੱਗ ਕੇ, ਗੁਰਪ੍ਰਸਾਦ ਪ੍ਰਾਪਤ ਕਰਕੇ, ਤੇ ਇਹ ਸਤ ਸੰਗਤ ਕਰਕੇ। ਇਸ ਕਰਕੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ ਭਾਈ। ਹੋਈਆਂ ਭੁੱਲਾਂ ਦੀ, ਗਲਤੀਆਂ ਦੀ ਮਾफ़ੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।